साहिब जी। निर्गुण यारे अन्या सो प्रभ सदा समाल। जिन किया तिस चीत रख नानक निभही नाल। श्री गुरु ग्रंथ साहिब महाराज जी दी पावन पवित्र हजूरी अंदर जुड़ बैठी गुरु प्यारी गुरु सवारी साध संगत जी। आप जी अमृत वेले दे गुरु साहिब जी दे लगे हुए पावन दरबार दे अंदर जुड़ बैठे हो। आपां लगातार ही मनुख नूं संगत विच आके सतपुरखां दी संगत विच आके की प्राप्त हुंदा है इहदे उत्ते विचार कर रहे हैं। कल जिथे असीं विचार कीती सी ਜਿਹੜੇ ਮਨੁੱਖ ਸਤਪੁਰਖਾਂ ਦੀ ਗੁਰਮੁਖਾਂ ਦੀ ਸੰਗਤ ਕਰਦੇ ਹਨ ਉਹ ਜਿੱਥੇ ਆਪਣਾ ਪਾਰ ਉਤਾਰਾ ਕਰਦੇ ਨੇ ਆਪ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੇ ਨੇ, ਨਾਲ ਦੀ ਨਾਲ ਆਪਣੇ ਪਰਿਵਾਰ ਦਾ ਆਪਣੇ ਕੁੱਲ ਦਾ ਵੀ ਉਧਾਰ ਕਰ ਦਿੰਦੇ ਨੇ। ਸਾਧ ਕੈ ਸੰਗ ਸਭ ਕੁੱਲ ਉਧਾਰ ਹੈ। ਆਪਣੇ ਕੁੱਲ ਦਾ ਉਧਾਰ ਭਾਈ ਗੁਰਦਾਸ ਜੀ ਤੇ ਕਹਿੰਦੇ ਨੇ। ਕਈ ਵਾਰੀ ਉਹਨਾਂ ਦੀਆਂ ਵਾਰਾਂ ਵਿੱਚ ਵੀ ਆਉਂਦਾ ਜਿਹੜੇ ਗੁਰਮੁਖ ਹੁੰਦੇ ਨੇ ਉਹ ਆਪਣੀਆਂ 21 ਕੁੱਲਾਂ ਦਾ ਉਧਾਰ ਕਰ ਦਿੰਦੇ ਨੇ। ਇਸ ਕਰਕੇ ਮਹਾਰਾਜ ਸਾਹਿਬ ਜੀ ਅੱਜ ਫਿਰ ਸਤਸੰਗ ਦਾ ਮਹਿਮਾ ਮੰਡਨ ਕਰਦੇ ਹਨ, ਗੁਰਮੁਖਾਂ ਦੀ ਸੰਗਤ ਦੀ ਗੱਲ ਕਰਦੇ ਹਨ। ਉਹਨਾਂ ਦੀ ਸੰਗਤ ਵਿੱਚ ਪ੍ਰਾਪਤੀ ਕੀ ਹੈ? ਇੱਥੇ ਕਹਿੰਦੇ ਨੇ ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਜੋ ਮਨੁੱਖ ਪਰਮਾਤਮਾ ਦੇ ਵਿੱਚ ਬ੍ਰਹਮ ਲੀਨ ਹੋ ਗਿਆ ਉਸ ਦੇ ਨਾਲ ਜੋ ਇੱਕਮਿਕ ਹੋ ਚੁੱਕਾ ਹੈ, ਅੱਜ ਉਸ ਦੇ ਸੁਭਾਅ ਵਿੱਚ ਔਰ ਪਰਮਾਤਮਾ ਦੇ ਸੁਭਾਅ ਵਿੱਚ ਕੋਈ ਅੰਤਰ ਨਹੀਂ। ਉਸ ਦੀ ਅਤੇ ਪਰਮਾਤਮਾ ਦੀ ਵਾਰਤਾ ਇੱਕ ਹੈ, ਗੁਣ ਇੱਕ ਹਨ। ਐਸੇ ਸਤਪੁਰਖ ਦੀ ਸੰਗਤ ਵਿੱਚ ਤਪ ਆਦਿਕ ਕਰਨ ਦੀ ਲੋੜ ਨਹੀਂ, ਸਿਰਫ ਉਹਦੇ ਦਰਸ਼ਨ ਮਾਤਰ ਦੇ ਨਾਲ ਹੀ ਮਨੁੱਖ ਨਿਹਾਲ ਹੋ ਜਾਂਦਾ ਹੈ। ਸਿਰਫ ਦਰਸ਼ਨ ਮਾਤਰ ਦੇ ਨਾਲ ਹੀ ਜ਼ਿੰਦਗੀ ਵਿੱਚ ਵਿਕਾਸ ਪੈਦਾ ਹੋ ਜਾਂਦਾ ਹੈ, ਜ਼ਿੰਦਗੀ ਵਿੱਚ ਖੜਾ ਪੈਦਾ ਹੋ ਜਾਂਦਾ ਹੈ। ਐਸੀ ਕੋਈ ਰੂਹ, ਐਸਾ ਕੋਈ ਗੁਰਮੁਖ ਸੱਜਣ ਜੋ ਪਰਮੇਸ਼ਰ ਦੇ ਨਾਲ ਲੀਨ ਹੋ ਚੁੱਕਾ ਹੈ, ਰੋਜ਼ ਰੋਜ਼ ਪਰਮੇਸ਼ਰ ਦੀ ਬੰਦਗੀ ਕਰ ਕਰਕੇ ਉਹਦੇ ਨਾਲ ਇੱਕਮਿਕ ਹੋ ਗਿਆ, ਉਸ ਦੇ ਕੋਲ ਰਹਿਣ ਦੇ ਨਾਲ ਮਨੁੱਖ ਦੇ ਅੰਦਰ ਖਿੜਾਓ ਪੈਦਾ ਹੋ ਜਾਂਦਾ ਹੈ। ਜਿਵੇਂ ਜਦੋਂ ਮਨੁੱਖ ਰੋਸ਼ਨੀ ਜਦੋਂ ਵੀ ਜਗਦੀ ਹੈ, ਰੋਸ਼ਨੀ ਦੇ ਵਿੱਚ ਰਹਿਣ ਵਾਲਾ ਮਨੁੱਖ ਵੀ ਦੀਪਿਤ ਹੋ ਜਾਂਦਾ ਹੈ, ਰੋਸ਼ਨੀ ਦੇ ਵਿੱਚ ਰਹਿਣ ਵਾਲਾ ਮਨੁੱਖ ਵੀ ਜਗਮਗ ਹੋ ਜਾਂਦਾ ਹੈ। ਜਿਵੇਂ ਮਨੁੱਖ ਫੁੱਲਾਂ ਦੇ ਬਗੀਚੇ ਦੇ ਕੋਲ ਦੀ ਲੰਘਦਾ ਹੈ, ਉਹਨੂੰ ਇਹ ਕਹਿਣਾ ਨਹੀਂ ਪੈਂਦਾ ਮੈਨੂੰ ਖੁਸ਼ਬੂ ਆਏ, ਖੁਸ਼ਬੂ ਆਪਣੇ ਆਪ ਹੀ ਆ ਜਾਂਦੀ, ਖੁਸ਼ਬੂ ਮੰਗਣ ਦੀ ਲੋੜ ਨਹੀਂ। ਐਵੇਂ ਕਹਿੰਦੇ ਨੇ ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਗੁਰੂ ਨਾਨਕ ਦੇਵ ਜੀ ਮਹਾਰਾਜ, ਕਿਉਂਕਿ ਸਾਧ ਕੇ ਸੰਗ ਉਹ ਸਾਧੂ ਜਿਹੜਾ ਹੈ, ਗੁਰਮੁਖ ਜਿਹੜਾ ਹੈ, ਉਹ ਫਿਰ ਤਪ ਆਦਿ ਕਰੜੇ ਤਪ ਕਰਨ ਦਾ ਰਸਤਾ ਨਹੀਂ ਦੱਸਦਾ, ਤੇ ਸਿਰਫ
ਉਹ ਪਰਮੇਸ਼ਰ ਦੀ ਬੰਦਗੀ ਦਾ ਰਾਸਤਾ ਹੀ ਦੱਸਦਾ, ਭਾਵ ਉੱਥੇ ਘਾਲ ਕਰਨ ਦੀ ਵੀ ਲੋੜ ਨਹੀਂ। ਬਦੀਤਾ ਥੋੜੀਆਂ 2 ਮਿੰਟ ਬੰਦ ਕਰੋ। ਸਾਧ ਕੇ ਸੰਗ ਨਹੀਂ ਕਿਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਜਿਵੇਂ ਅਸੀਂ ਵੇਖਦੇ ਹਾਂ, ਭਾਈ ਵੀਰ ਸਿੰਘ ਲਿਖਦੇ ਨੇ ਲੁਧਿਆਣੇ ਦੇ ਕੋਲ ਦਾ ਇੱਕ ਵਾਕਿਆ। ਉੱਥੇ ਕੋਈ ਮਨੁੱਖ ਆਪਣੇ ਖੇਤਾਂ ਵਿੱਚ ਪਾਣੀ ਦਿੰਦਾ ਹੁੰਦਾ ਸੀ, ਰੋਜ਼ ਦੀ ਰੋਜ਼ ਪਾਣੀ ਲਗਾਤਾਰ ਦੇ ਰਿਹਾ, ਆਪਣੀ ਪੈਲੀ ਦਾ ਕੰਮ ਕਰਦਾ ਹੈ। ਇੱਕ ਦਿਨ ਉਸ ਦੇ ਕੋਲ ਕੋਈ ਗੁਰਮੁਖ ਆ ਗਏ ਜਿਹੜੇ ਬਹੁਤ ਪਹੁੰਚੇ ਹੋਏ ਨੇ। ਉਸ ਪਹੁੰਚੇ ਹੋਏ ਮਨੁੱਖ ਦੇ ਕੋਲ ਉਹ ਜਦੋਂ ਉਹ ਵੀ ਨਾਲ ਨਾਲ ਚਲਾ ਗਿਆ, ਉਸ ਦੇ ਕੋਲ ਪਹੁੰਚੇ, ਉਹ ਗੁਰਮੁਖ ਕਹਿੰਦਾ ਮੈਨੂੰ ਪਾਣੀ ਦੀ ਜ਼ਰੂਰਤ ਹੈ, ਤੁਸੀਂ ਮੈਨੂੰ ਪਾਣੀ ਪਿਆ ਦਿਓ। ਉਹ ਕਹਿੰਦਾ ਠੀਕ ਹੈ। ਉਹਨੇ ਕੱਚੀ ਲੱਸੀ ਉਸ ਨੂੰ ਪਿਆਈ। ਮੈਂ ਇਹ ਸਾਖੀ ਆਪ ਜੀ ਨੂੰ ਕਈ ਵਾਰੀ ਵਰਣਨ ਕੀਤੀ ਹੈ, ਪਰ ਇਸ ਦੇ ਵਿੱਚ ਰਮਜ ਤੇ ਰਹੱਸ ਬਹੁਤ ਤਕੜਾ ਹੈ। ਉਹ ਸਿਰਫ ਗੁਰਮੁਖ ਕਿੰਨੀ ਰੂਹ ਹੋਏਗੀ, ਕਿੱਡੀ ਅਵਸਥਾ ਤੇ ਉਹ ਪਹੁੰਚਿਆ ਹੋਏਗਾ, ਕਿਉਂਕਿ ਸਾਧ ਸੰਗਤ ਇਹ ਜ਼ਰੂਰੀ ਨਹੀਂ ਜਿਹੜਾ ਪਰਮੇਸ਼ਰ ਤੇ ਰਾਹ ਤੇ ਪਹੁੰਚਿਆ ਹੋਇਆ ਹੈ ਉਹਦੇ ਨਾਲ ਇੱਕਮਿਕ ਹੋ ਗਿਆ ਉਹਦੀ ਪਛਾਣ ਕਿਤੇ ਵਸਤਰਾਂ ਤੋਂ ਹੋਏਗੀ, ਐਸਾ ਨਹੀਂ ਹੈ। ਇਹ ਨਹੀਂ ਹੈ ਉਹਨੂੰ ਕੋਈ ਪਾਰਟੀਕੂਲਰ ਕਿਸੇ ਵਿਸ਼ਿਸ਼ਟ ਪ੍ਰਕਾਰ ਦੇ ਵਸਤਰ ਪਾਣੇ ਪੈਣਗੇ, ਐਸਾ ਨਹੀਂ ਹੈ। ਉਹਦੀ ਵੇਸ਼ ਭੂਸ਼ਾ ਤੋਂ ਸੰਤ ਦਾ ਨਹੀਂ ਪਤਾ ਲੱਗੇਗਾ, ਉਹਦੇ ਬਾਹਰੀ ਰੂਪ ਦੇ ਦਿਖਾਵੇ ਤੋਂ ਸੰਤ ਦਾ ਨਹੀਂ ਪਤਾ ਲੱਗਦਾ, ਉਹਦੇ ਅੰਤਰੀਵੀ ਗੁਣ ਕਿਹੜੇ ਨੇ ਉੱਥੋਂ ਪਤਾ ਲੱਗਦਾ ਹੈ। ਗੁਰਮੁਖ ਦਾ ਪਤਾ ਉੱਥੋਂ ਲੱਗਦਾ ਹੈ। ਹੋ ਸਕਦਾ ਹੈ ਉਹ ਗ੍ਰਸਤੀ ਹੋਏ ਤੇ ਵਸਤਰ ਕਿਸੇ ਵੀ ਪ੍ਰਕਾਰ ਦੇ ਪਾਏ ਹੋਣ, ਉਹ ਤੇ ਆਪਣਾ ਕਲਚਰ ਹੈ ਜੈਸੇ ਵੀ। ਐਸਾ ਨਹੀਂ ਅਮਰੀਕਾ ਵਿੱਚ, ਕੈਨੇਡਾ ਵਿੱਚ, ਇਹਨਾਂ ਦੇਸ਼ਾਂ 'ਚ ਸੰਤ ਨਹੀਂ ਹਨ, ਹੈ ਬੰਦਗੀ ਕਰਨ ਵਾਲੇ ਵੀ ਹਨ, ਕੀ ਪਤਾ ਉਹ ਪੈਂਟ ਕਮੀਜ਼ 'ਚ ਹੋਣ। ਉਹਨਾਂ ਦੇਸ਼ਾਂ ਦਾ ਹਿਸਾਬ ਹੈ ਜੈਸੇ ਉਹ ਵਸਤਰ ਪਾਉਂਦੇ ਨੇ, ਕਿਉਂਕਿ ਜਿਹੜਾ ਸਾਧੂ ਹੈ, ਜਿਹੜਾ ਸੰਤ ਹੈ, ਉਹ ਵਸਤਰਾਂ ਤੇ ਸੀਮਿਤ ਨਹੀਂ ਰਹਿੰਦਾ। ਇਸ ਕਰਕੇ ਇਹ ਵੀ ਵੇਖਿਆ ਗਿਆ ਹੈ ਕਈ ਬ੍ਰਹਮ ਦੇ ਵਿੱਚ, ਇੱਕ ਜਿੱਥੇ ਜੈਨ ਮਤ ਹੈ ਉੱਥੇ ਵਸਤਰ ਹੀ ਨਹੀਂ ਪਾਉਂਦਾ। ਬਾਣੀ ਨੇ ਭਾਵੇਂ ਕਿਹਾ ਵਸਤਰ ਨਾ ਪਹਿਨਣ ਦੇ ਨਾਲ ਇਕੱਲੇ ਪਰਮੇਸ਼ਰ ਦਾ ਲੈਣਾ ਦੇਣਾ ਨਹੀਂ ਹੈ। ਭਾਵੇਂ ਜਦੋਂ ਮਹਾਵੀਰ ਆਪਣੀ ਉੱਚ ਅਵਸਥਾ ਵਿੱਚ ਪਹੁੰਚੇ, ਉਹਨਾਂ ਨੇ ਕਹਿ ਦਿੱਤਾ ਮੈਨੂੰ ਬਾਹਰੀ ਕੱਪੜੇ ਪਾਉਣ ਦੀ ਲੋੜ ਨਹੀਂ, ਇਹ ਆਕਾਸ਼ ਹੀ, ਇਹ ਅੰਬਰ ਹੀ ਮੇਰਾ ਕੱਪੜਾ ਹੈ, ਇਹ ਆਕਾਸ਼ ਹੀ ਮੇਰੇ ਕੱਪੜੇ ਨੇ, ਮੈਨੂੰ ਹੋਰ ਬਸ ਉਹਨਾਂ ਦੀ ਤਰਜ਼ ਤੇ ਫਿਰ ਜਿਹੜੇ ਅੱਗੇ ਹੋਏ ਭਾਵੇਂ ਉਹ ਉਸ ਅਵਸਥਾ ਤੇ ਨਹੀਂ ਪਹੁੰਚੇ, ਉਹਨਾਂ ਨੇ ਕੱਪੜੇ ਪਾਣੇ ਹੀ ਛੱਡ ਦਿੱਤੇ। ਹੁਣ ਇਹ ਨਹੀਂ ਨਾ ਮਹਾਵੀਰ ਜੀ ਦੀ ਅਵਸਥਾ ਔਰ ਜਿਹੜੇ ਉਹਦੇ ਨਾਲ ਦੇ ਚੇਲੇ ਨੇ ਉਹਨਾਂ ਦੀ ਅਵਸਥਾ ਬਰਾਬਰ ਹੋਏਗੀ, ਐਸਾ ਨਹੀਂ ਹੈ। ਇੱਥੇ ਮਹਾਰਾਜ ਕਹਿੰਦੇ ਸਾਧ ਕੈ ਸੰਗ ਨਹੀਂ ਕਿਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਜਿਹੜੇ ਐਸੇ ਮਨੁੱਖ ਨੇ ਜਿਹੜੇ ਬ੍ਰਹਮ ਦੇ ਵਿੱਚ ਲੀਨ ਹੋ ਚੁੱਕੇ ਨੇ, ਉਹਨਾਂ ਦੇ ਕੋਲ ਬੈਠਿਆਂ ਹੀ ਮਨੁੱਖ ਨਿਹਾਲ ਹੋ ਜਾਂਦਾ ਹੈ। ਉਹਨਾਂ ਦੇ ਅੰਦਰ ਦੀਆਂ ਜਿਹੜੀਆਂ ਤਰੰਗਾਂ ਨੇ ਨਾਲ ਬੈਠੇ ਮਨੁੱਖ ਨੂੰ ਛੂਹਦੀਆਂ ਨੇ। ਕਹਿੰਦੇ ਜਦੋਂ ਮਹਾਤਮਾ ਬੁੱਧ ਬੰਦਗੀ ਕਰ ਰਹੇ ਸਨ, ਉਹਨਾਂ ਦੇ ਨਾਲ ਉਹਦੇ 5 ਚੇਲੇ ਵੀ ਸਨ। 5 ਚੇਲੇ ਬੰਦਗੀ ਕਰ ਰਹੇ ਨੇ ਨਾਲ। ਅੰਤ ਦੇ ਵਿੱਚ ਮਹਾਤਮਾ ਬੁੱਧ ਉੱਥੋਂ ਚਲੇ ਗਏ, ਉਹ 5 ਚੇਲੇ ਨਾਰਾਜ਼ ਹੋ ਗਏ। ਉਹ ਕਹਿੰਦੇ ਨੇ ਜਿਹੜਾ ਇਹ ਸਿਧਾਰਥ ਹੈ ਇਹ ਪਖੰਡ ਕਰਦਾ ਹੈ, ਇਹਦੇ ਨਾਲ ਸਾਡੀ ਬਣਨੀ ਨਹੀਂ, ਉੱਠ ਕੇ ਚਲੇ ਗਏ। ਜਾ ਕੇ ਉਹ ਇੱਕ ਅਲੱਗ ਜੀ ਥਾਂ ਤੇ ਬੈਠ ਗਏ। ਜਿਸ ਦਿਨ ਮਹਾਤਮਾ ਬੁੱਧ ਨੂੰ ਗਿਆਨ ਹੋਇਆ, ਉਹ ਕਹਿੰਦਾ ਇਹਨਾਂ ਨੇ ਮੇਰੇ ਨਾਲ ਹੀ ਬੰਦਗੀ ਕੀਤੀ ਹੈ, ਮੇਰੇ ਨਾਲ ਹੀ ਜਪ ਤਪ ਕੀਤੇ ਨੇ, ਕਿਉਂ ਨਾ ਮੈਂ ਜਾ ਕੇ ਇਹਨਾਂ ਨੂੰ ਵੀ ਗਿਆਨ ਦੇਵਾਂ। ਹੁਣ ਉਹ ਦੂਰੋਂ ਉਹਨਾਂ ਨੇ ਮਹਾਤਮਾ ਬੁੱਧ ਨੂੰ ਵੇਖਿਆ, ਮੂੰਹ ਪਰਾਂ ਕਰ ਲਿਆ। ਜਿਵੇਂ ਜਿਵੇਂ ਮਹਾਤਮਾ ਬੁੱਧ ਅੱਗੇ ਹੁੰਦਾ ਗਿਆ, ਉਹਨਾਂ ਦੇ ਮੂੰਹ ਘੁੰਮਦੇ ਗਏ। ਆਉਂਦਿਆਂ ਆਉਂਦਿਆਂ ਮਹਾਤਮਾ ਬੁੱਧ ਕੋਲ ਆਇਆ ਤੇ ਉਹਦੇ ਅੱਗੇ ਮੱਥਾ ਹੀ ਟੇਕ ਦਿੱਤਾ ਉਹਨਾਂ ਨੇ। ਕਹਿੰਦਾ ਇਹ ਕੀ ਗੱਲ ਬਣੀ, ਤੁਸੀਂ ਮੇਰੇ ਅੱਗੇ ਮੱਥਾ ਕਿਉਂ ਟੇਕ ਦਿੱਤਾ? ਉਹ ਕਹਿੰਦੇ ਗੌਤਮ, ਤੇਰੇ ਅੰਦਰ ਜਿਹੜੀ ਸ਼ਕਤੀ ਕੰਮ ਕਰ ਰਹੀ ਹੈ
उसने सानू मजबूर कर दिता है तेरे अगे मत्था टेकन। क्योंकि साध संगत जिहड़ा जप है उहदे अंदर एक शक्ति बनती है। ज्यों ज्यों मनुख जप दे विच जांदा है उहदी एक शक्ति बनती है। जिवें मनुख दे कोल नकारात्मक शक्ति भी बनती है, सकारात्मक भी बनती है। ਜਿਹੜੇ मनुख विकारी ने उन्हां दे कोल बहण दे नाल, सिर्फ बहण दे नाल मनुख हौली हौली विकारी हुंदा जांदा है। ਜਿਹੜੇ निरंकारी मनुख ने, परमात्मा नूं जपण वाले ने, परमात्मा दे दर ते कबूल हो गए ने, उन्हां दे कोल बहण दे नाल परमात्मा चेते हुंदा है। इवें समझ लवो जिवें एक चंदन दे दरख्त दे कोल बैठिया खुशबू चेते अपने आप आ जाती है, मनुख खुशबू वाला अपने आप ही बन जाता है। एवें एक साधु दे गुरमुख दे कोल रहा जिसने बंदगी की है और उस परमात्मा दे विच लीन हो गया है, उस दे कोल रहिंदियां तप आदि करन दी लोड़ नहीं। उहदी जिहड़ी अंदर दी दृष्टि है उस दी किरपा ही मनुख नूं ब्रह्म दे विच लीन कर देगी। गुरु दा वेखणा जिहड़े है ਉਹਦੇ ਵੇਖਣ ਦੇ ਵਿੱਚ ਹੀ ਏਡੀ ਸ਼ਕਤੀ ਹੁੰਦੀ ਹੈ। ਅਗਰ ਉਹ ਨਿਗਾਹ ਮਾਰ ਕੇ ਕਿਸੇ ਵੱਲ ਵੇਖ ਲਵੇ ਉਹਦੀ ਨਿਗਾਹ ਹੀ ਉਹਨੂੰ ਪਾਰ ਉਤਾਰਾ ਕਰ ਦੇਗੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੜੀ ਥਾਵਾਂ ਤੇ ਗਏ ਜਿੱਥੇ ਉਹਨਾਂ ਨੇ ਉਪਦੇਸ਼ ਨਹੀਂ ਕੀਤਾ, ਕੋਡੇ ਨੂੰ ਉਪਦੇਸ਼ ਨਹੀਂ ਕਰ ਰਹੇ, ਸਿਰਫ ਕੋਡਾ ਉਹਨਾਂ ਨੂੰ ਵੇਖਣ ਦੇ ਨਾਲ ਹੀ ਬਦਲ ਗਿਆ। ਪਰ ਸਾਧ ਸੰਗਤ ਦੂਜੀ ਗੱਲ ਵੀ ਹੈ। ਫਿਰ ਇੱਥੇ ਇੱਕ ਗੱਲ ਹੋਰ ਪੈਦਾ ਹੋਏਗੀ कि असीं अज गुरु नूं वेखदे हां, साडे अंदरों विकास पैदा क्यों नहीं हुंदा? उहदा एक कारण भी है, मैं आप जी समक्ष रखा। जिवें एक पत्थर है, पत्थर नूं लख वारी पाहण नीर पखालीए, तुसीं पत्थर नूं बार बार पानी विच डुबो पर पत्थर दे अंदर कदे पानी नहीं जांदा। पत्थर कदे भी गिला नहीं रहिंदा, पानी दे विच पाओगे फिर सुक जांदा है। ਐਵੇਂ ਉਹ ਮਨੁੱਖ ਨੇ ਜਿਨ੍ਹਾਂ ਦੇ ਅੰਦਰ ਪਾਪਾਂ ਦੀ ਮੈਲ ਬਹੁਤ ਜ਼ਿਆਦਾ ਵੱਧ ਗਈ ਹੈ, ਔਗਣ ਬਹੁਤ ਜ਼ਿਆਦਾ ਵਧੇ ਹੋਏ ਨੇ। ਇੱਕ ਸੀਮਾ ਹੁੰਦੀ ਹੈ ਔਗਣਾਂ ਦੀ, ਜਦੋਂ ਔਗਣ ਸੀਮਾ ਤੋਂ ਵੱਧ ਜਾਣ, ਹੁਣ ਜਦੋਂ ਔਗਣ ਸੀਮਾ ਤੋਂ ਵੱਧ ਗਏ ਨੇ ਉਹਨਾਂ ਦੇ ਅੰਦਰ ਫਿਰ ਗੁਰੂ ਦੇ ਬੋਲ ਅਸਰ ਕਰਨੇ ਬੰਦ ਕਰ ਜਾਂਦੇ ਨੇ। ਜਦੋਂ ਬਿਮਾਰੀ ਕੋਈ ਵੱਡੀ ਹੋ ਜਾਏ, ਤਕੜੀ ਹੋ ਜਾਏ, ਫਿਰ ਉਹਦੇ ਤੇ ਦਵਾਈਆਂ ਕੰਮ ਕਰਨੀਆਂ ਬੰਦ ਕਰ ਦਿੰਦੀਆਂ ਨੇ। ਇਵੇਂ ਜਿਹੜੇ ਮਨੁੱਖਾਂ ਦੇ ਵਿੱਚ ਔਗਣ ਬਹੁਤ ਜ਼ਿਆਦਾ ਹੋ ਜਾਣ ਫਿਰ ਉਹਨਾਂ ਤੇ ਗੁਰੂ ਦੇ ਬੋਲ ਵੀ ਕੰਮ ਕਰਨਾ ਬੰਦ ਕਰ ਦਿੰਦੇ ਨੇ। ਇਸੇ ਤਰੀਕੇ ਨਾਲ ਅਸੀਂ ਵੇਖਦੇ ਹਾਂ ਜਹਾਂਗੀਰ ਨੂੰ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਵਿਰਾਗ ਦੀ ਮੂਰਤ, ਗਿਆਨ ਦੀ ਮੂਰਤ, ਵਿਵੇਕ ਦੀ ਮੂਰਤ। ਪਰ ਜਿਹੜਾ ਚੰਦੂ ਹੈ, ਚੰਦੂ ਦੇ ਅੰਦਰ ਔਗਣ ਏਡੇ ਵੱਧ ਗਏ ਨੇ, ਪਾਪ ਏਡੇ ਉਹਦੇ ਸਿਰ ਤੇ ਚੜ ਗਏ ਨੇ, ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਦੇ ਉੱਤੇ ਬਹਾਉਣ ਲੱਗਿਆ। ਪਰ ਇੱਥੇ ਅਸੀਂ ਵੇਖ ਸਕਦੇ ਹਾਂ ਉਹਦੇ ਮਨ ਦੇ ਅੰਦਰ ਕੋਈ ਦਇਆ ਨਹੀਂ। ਉਹਦੇ ਮਨ ਦੇ ਅੰਦਰ ਇਹ ਨਹੀਂ ਏਡੇ ਵੱਡੇ ਸੰਤ ਨੇ, ਏਡੇ ਵੱਡੇ ਗੁਰੂ ਨੇ, ਕਿਉਂ ਨਹੀਂ? ਜਿਉਂ ਜਿਉਂ ਮਨੁੱਖ ਹੰਕਾਰ ਵਿੱਚ ਅੱਗੇ ਤੁਰਦਾ ਹੈ, ਲੋਭ ਵਿੱਚ ਅੱਗੇ ਤੁਰਦਾ ਹੈ, ਕਾਮ ਵਿੱਚ ਅੱਗੇ ਤੁਰਦਾ ਹੈ, ਉਹਦੇ ਸਿਰ ਤੋਂ ਗੁਰੂ ਪੀਰ ਸਭ ਦੇ ਜਿਹੜੇ ਡਰ ਨਿਕਲ ਜਾਂਦੇ ਨੇ। ਜਿਉਂ ਜਿਉਂ ਮਨੁੱਖ ਦੇ ਅੰਦਰ ਔਗਣ ਪ੍ਰਬਲ ਹੁੰਦੇ ਨੇ, ਔਗਣ ਵੱਧਦੇ ਜਾਂਦੇ ਨੇ, ਜਿਵੇਂ ਜਿਵੇਂ ਔਗਣ ਵੱਧਦੇ ਜਾਣਗੇ ਮਨੁੱਖ ਦੇ ਅੰਦਰੋਂ ਸ਼ਰਧਾ, ਦਇਆ, ਸੰਤੋਖ, ਧਰਮ ਇਹ ਖਤਮ ਹੁੰਦਾ ਜਾਏਗਾ। ਔਰ ਜਿਨ੍ਹਾਂ ਦੇ ਅੰਦਰੋਂ ਇਹ ਚੀਜ਼ ਖਤਮ ਹੋ ਜਾਂਦੀ ਹੈ, ਦਇਆ ਖਤਮ ਹੋ ਗਈ, ਸੰਤੋਖ ਖਤਮ ਹੋ ਗਿਆ, ਸਾਧ ਸੰਗ ਮਾਫ ਕਰਨਾ ਪੱਥਰ ਤੋਂ ਵੱਧ ਕੁਛ ਨਹੀਂ ਹੈ। ਇੱਕ ਪੱਥਰ ਦੇ ਅੰਦਰ ਤੇ ਉਹਨਾਂ ਮਨੁੱਖਾਂ 'ਚ ਕੋਈ ਫਰਕ ਨਹੀਂ। ਇਸ ਕਰਕੇ ਉਹ ਜੇ ਚੰਦਨ ਦੇ ਕੋਲ ਵੀ ਰਹਿਣਗੇ, ਚੰਦਨ ਦੇ ਕੋਲ ਰਹਿ ਕੇ ਵੀ ਸੁਗੰਧੀ ਨਹੀਂ ਹੋਏਗੀ ਉਹਨਾਂ ਵਿੱਚ। ਉਹ ਮਨੁੱਖ ਵਾਂਸ ਵਰਗੇ ਹੋ ਜਾਂਦੇ ਨੇ। ਐਸਾ ਉਦਾਹਰਣ ਗੁਰਬਾਣੀ ਨੇ ਦਿੱਤਾ ਹੈ। ਕਬੀਰ ਬਾਂਸ ਵਡਾਈ ਬੂਢਿਆ ਇਹੋ ਮਤ ਬੂਢੋ ਕੋਏ, ਚੰਦਨ ਕੈ ਨਿਕਟ ਵਸੈ ਬਾਂਸ ਸੁਗੰਧ ਨਾ ਹੋਏ। ਇੱਕ ਬਾਂਸ ਚੰਦਨ ਦੇ ਕੋਲ ਰਹਿੰਦਾ ਹੈ, ਸਾਰੇ ਦਰਖਤ ਜੰਗਲ ਦੇ ਵਿੱਚ ਚੰਦਨ ਦੀ ਵਾਸਨਾ ਲੈ ਲੈਂਦੇ ਨੇ, ਪਰ ਬਾਂਸ ਜਿਹੜਾ ਹੈ ਚੰਦਨ ਦੀ ਖੁਸ਼ਬੂ ਧਾਰਨ ਨਹੀਂ ਕਰਦਾ।
जिनके चित कठोर है से बहे न सतगुर पास। जिन्हां दे अंदर अवगुणां दी मैल प्रबल हो जाती है, गुरबाणी उन्हां दे विच असर नहीं करती। गुरु दे दसे होए बोल कन्नां दे विच नहीं जाते, ना वो सत संगत विच बैठ सकते हैं, ना बोल अंदर काम करनगे। क्यों? अवगुण प्रबल हो गए, अवगुण वड्डे हो गए ने। ज्यों ज्यों अवगुण वड्डे हुंदे जाणगे मनुख दा स्रोत घट हुंदी जाएगी, गुरबाणी वालों ध्यान खत्म होंदा जाएगा, परमात्मा दी बंदगी वालों ध्यान खत्म होंदा जाएगा। कठोर चित्त दी यह पछाण है। इस करके उन्हां दे कोल चंदन वर्गा महात्मा भी कोई बैठा होए वो भी असर नहीं करता। फिर मैं उदाहरण देवां, चंदन दे कोल हरेक जिहड़ा दरख्त है उन्होंने खुशबू मिलती है पर वास नहीं लैंदा। चंदन ते दे रहा है, वास नहीं लै रहा, डिफेंसिव है। एवें गुरु दे कोल बैठे आ, सत संगत बैठे बैठे आ, किसी गुरमुख दे कोल बैठे आ, खुशबू ते आउंदी है, पर जे मनुख दा मन कठोर है वो तो कोई प्राप्त नहीं कर सकेगा। जेड़े मन कठोर होंदे ने, कठोर मनां दे उत्ते पानी पाई, जिवें पत्थर दे उत्ते पानी पाई जाइए पत्थर ये नहीं है पानी दे नाल किते गल जाएगा, मुलायम हो जाएगा, नहीं। एवें कठोर मन नूं गुरबाणी सुनाई जाइए नहीं पिलेगा, नहीं द्रवित होएगा। क्यों? अवगुण भर गए ने अंदर। जिहड़ी कूड़ दी कंध है, झूठ दी दीवार है, बड़ी वड्डी हो गई है। ये झूठ दी दीवार हुण नहीं टुटेगी। इस करके साध संगत गुरबाणी ये कहती है, जिन्हां दे अंदर थोड़ा जा हजे किते प्रभु की बंदगी है, परमात्मा का सिमरन है, उन्हां दे कोल जे वो किते जांदे ने, किसी ऐसे गुरमुख दे कोल, उन्होंने वेखण मात्र दे नाल ही जिंदगी बदल जाती है। उन्होंने वेखण दे नाल उन्हां दे अंदर सिमरन पैदा हुंदा है, नाम पैदा हुंदा है। आगे कहते ने, साध कै संग कलूखत हरै, साध कै संग नरक पर हरै। इत्थे कहते ने गुरमुखां दी संगत विच मनुख अपने पाप नाश कर लैंदा है। कलूखत कहते ने पापां माड़ी मत नूं। जिथे गुरमुखां दी सत दी संगत हो रही है उहदे विच मनुख नूं अपणियां गलतियां महसूस हुंदियां ने। नाश क्यों हो जांदे ने? अपनी गलती महसूस हुंदी है। सच दे झूठ का निस्तारा पता लगता है। जिंदगी विच सच्चाई की है, झूठ की है, किहड़ी चीज़ कम आने वाली है, किहड़ी चीज़ व्यर्थ है, ये उसनूं पता लगता है। मैं फिर कह दिया, अज्ञानता दूर हो जाती है। क्योंकि मनुख जिन्ने भी पाप कर्म करता है, जिन्ने भी माड़े कर्म करता है, वो अज्ञानता कारण करता है। मनुख आपां इवें कह दईए, जिन्ने भी रूल तोड़ रहे हैं बाहरी दुनिया दे, मनुख अज्ञानता कारण तोड़ता है। फिर वह हरजाना उन्होंने भरना पैंदा है, फाइन लगता है। बाहरी तौर पर नियम तोड़ता है मनुख, वह हरजाना उन्होंने भरना पैंदा है। एवें परमेश्वर दे महाराज ने हुक्म रजाई चलना, नानक लिखिया नाल, जेड़े परमात्मा ने हुक्म लिखिया है, जेड़ा उन्होंने तोड़ता है उन्होंने भी इत्थे दुनिया ते दुखों का सामना करना पैंदा। जेड़ा भी परमात्मा दे बनाए हुए नियमां दे विच खलल पाउंदा है, उन्होंने जिंदगी दे विच दुखों का सामना करना पैंदा है। इस करके महाराज ने सत संगत विच आके कलूखत हरै, पाप दूर हो जाते हैं। क्यों? क्योंकि सत संगत दे विच जिंदगी की परमार्थ की विचार पता लगती है, सच की है। मनुख पाप कर रहा है झूठ के अधीन, मनुख पाप कर रहा है अज्ञानता के अधीन। संगत विच ज्ञान पता लगता है, संगत विच बैठ के सच्चाई पता लगती है। जिवें असीं वेखदे हां, गुरु नानक साहब जी महाराज दुनी चंद दे कोल गए। दुनी चंद अपनी जिंदगी दे विच लोकां नूं लुट लुट के पैसा कमा रहा है। लुटण दे कारण पैसा इकट्ठा करी जा रहा है, जिवें जिवें लुटदा है लुटी जा रहा है। पर साध संगत एक चीज़ याद रखना, गुरु नानक साहब उहदे कोल गए,
ਗੁਰੂ ਨਾਨਕ ਸਾਹਿਬ ਉਹਦੀ ਅਗਿਆਨਤਾ ਨੂੰ ਦੂਰ ਕਰਦੇ ਨੇ ਇੱਕ ਸੂਈ ਦੇ ਕੇ। ਮਹਾਰਾਜ ਉਦਾਹਰਣ ਦਿੰਦੇ ਨੇ ਉਹਨੂੰ, ਤੇਰੇ ਨਾਲ ਤੇ ਸੂਈ ਵੀ ਨਹੀਂ ਜਾਣੀ। ਉਸ ਦਿਨ ਕਹਿੰਦਾ ਮਹਾਰਾਜ ਮੇਰੀ ਅਗਿਆਨਤਾ ਦੂਰ ਹੋ ਗਈ। ਹੁਣ ਜਦੋਂ ਅਗਿਆਨਤਾ ਦੂਰ ਹੁੰਦੀ ਹੈ ਉਸ ਦਿਨ ਜ਼ਿੰਦਗੀ ਵਿੱਚ ਆਨੰਦ ਵੱਜਦਾ ਹੈ। ਪਰ ਯਾਦ ਰੱਖਣਾ ਸਾਧ ਸੰਗਤ, ਅੰਧੇਰੇ ਦੇ ਵਿੱਚ ਸਿਰਫ ਠੋਕਰਾਂ ਨੇ, ਹੋਰ ਕੁਛ ਨਹੀਂ ਹੈ। ਜਿਵੇਂ ਦੁਨੀਆ ਤੇ ਰਾਤ ਨੂੰ ਅੰਧੇਰਾ ਹੁੰਦਾ ਹੈ, ਹਨੇਰੇ ਦੇ ਅੰਦਰ ਰੱਸੀ ਵੀ ਸੱਪ ਜਾਪਦੀ ਹੈ। ਕਦੀ ਵੇਖਣਾ ਰੱਸੀ ਵੀ ਸੱਪ ਲੱਗਣ ਲੱਗ ਜਾਂਦੀ ਹਨੇਰੇ ਵਿੱਚ। ਇਸੇ ਕਰਕੇ ਜ਼ਿੰਦਗੀ ਦੇ ਵਿੱਚ ਜਦੋਂ ਮਨੁੱਖ ਦੇ ਅੰਧੇਰਾ ਹੋਏ, ਅਗਿਆਨਤਾ ਹੋਏ, ਸੱਚ ਝੂਠ ਦਾ ਨਾ ਪਤਾ ਹੋਏ, ਉਹਨੂੰ ਬਾਹਰ ਦੇ ਪਦਾਰਥ ਵੀ ਸੱਚੇ ਲੱਗਦੇ ਨੇ। ਮਹਾਰਾਜ ਕਹਿੰਦੇ ਨੇ ਜੋ ਸੱਚ ਹੈ ਉਹਨੂੰ ਇਹ ਝੂਠ ਸਮਝਦਾ ਹੈ, ਜੋ ਹੋਣਾ ਨਹੀਂ ਉਹਨੂੰ ਸੱਚ ਸਮਝਦਾ ਹੈ, ਜੋ ਹੋਣਾ ਹੈ ਉਹਨੂੰ ਝੂਠ ਸਮਝਦਾ ਹੈ। ਇਸ ਕਰਕੇ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਸਤ ਸੰਗਤ ਵਿੱਚ ਆ ਕੇ ਪਾਪਾਂ ਦੀ ਮੈਲ ਉਤਰਦੀ ਹੈ, ਔਰ ਪਾਪ ਲੱਗਣ ਦਾ ਕਾਰਨ ਅਗਿਆਨਤਾ ਹੈ। ਮਨੁੱਖ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ, ਪਰਮੇਸ਼ਰ ਦੇ ਨਾਲ ਜੁੜਨ ਦੇ ਯਤਨ ਨਹੀਂ ਕਰਦਾ। ਕਿਉਂ? ਉਹਨੂੰ ਇਵੇਂ ਲੱਗਦਾ ਹੈ ਮੇਰੀ ਜ਼ਿੰਦਗੀ ਹਜੇ ਠੀਕ ਹੈ, ਮੈਂ ਠੀਕ ਹਾਂ। ਗੁਰਬਾਣੀ ਨਹੀਂ ਪੜ੍ਹ ਰਿਹਾ, ਗੁਰੂ ਦੇ ਬਚਨਾਂ ਤੇ ਨਹੀਂ ਚੱਲਦਾ, ਸਤਿਪੁਰਖਾਂ ਦੇ ਬੋਲਾਂ ਤੇ ਨਹੀਂ ਚੱਲ ਰਿਹਾ। ਕਾਰਨ ਕੀ ਹੈ? ਉਹਨੂੰ ਇਵੇਂ ਲੱਗਦਾ ਮੈਂ ਠੀਕ ਹਾਂ। ਔਰ ਜਿਹਨੂੰ ਇਸ ਪ੍ਰਕਾਰ ਦਾ ਹਜੇ ਤਾਈਂ ਅਹੰਕਾਰ ਹੈ, ਇਹ ਹੰਕਾਰ ਹੀ ਅਗਿਆਨਤਾ ਹੈ, ਇਹ ਹੰਕਾਰ ਹੀ ਹਉਮੈ ਹੈ। ਜਿਸ ਦਿਨ ਸਤ ਸੰਗਤ ਵਿੱਚ ਆ ਕੇ ਬੰਦਗੀ ਕਰਦੇ ਆ, ਇਹ ਹੰਕਾਰ ਜਿਹੜਾ ਹੈ ਇਹ ਦੂਰ ਹੋ ਜਾਂਦਾ ਹੈ। ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਜਿਹੜੇ ਮਨੁੱਖ ਨੂੰ ਸਜ਼ਾ ਮਿਲਣੀ ਹੈ, ਨਰਕਾਂ ਦੇ ਵਿੱਚ ਇਹਨੇ ਗੋਤੇ ਖਾਣੇ ਨੇ, ਉਹ ਖਤਮ ਹੋ ਜਾਂਦਾ ਹੈ। ਕਿਉਂ? ਇਹਨੂੰ ਪਤਾ ਲੱਗਦਾ ਮੈਂ ਬੰਦਗੀ ਕਰਾਂ, ਨਾਮ ਜਪਾਂ, ਸੱਚਾਈ ਦਾ ਪਤਾ ਲੱਗਦਾ। ਗੁਰਬਾਣੀ ਵਿੱਚ ਮਹਾਰਾਜ ਬੜੀ ਵਾਰ ਕਹਿੰਦੇ ਨੇ, ਕਹਿੰਦੇ ਅਸਲ ਦੇ ਵਿੱਚ ਸੱਚਾਈ ਦੇ ਨਾਲ ਜੁੜ, ਕਿਉਂਕਿ ਸੱਚਾਈ ਦੇ ਨਾਲ ਜੁੜੇਗਾ ਜ਼ਿੰਦਗੀ। ਕਿਉਂਕਿ ਪ੍ਰਮਾਤਮਾ ਸੱਚ ਹੈ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਸੱਚ ਦੇ ਵਿੱਚ ਜਿਉਣਾ ਤੇ ਸੱਚੇ ਹੋਣਾ ਪਏਗਾ। ਸੱਚ ਦੇ ਵਿੱਚ ਮਨੁੱਖ ਝੂਠਾ ਹੋ ਕੇ ਜੀਏਗਾ, ਜ਼ਿੰਦਗੀ ਨਹੀਂ ਸੈੱਟ ਰਹੇਗੀ। ਜੇ ਪਰਮਾਤਮਾ ਸੱਚ ਹੈ, ਇਹ ਦੁਨੀਆ ਦੇ ਵਿੱਚ ਜੇ ਉਹਦੇ ਨਾਲ ਮੇਲ ਬਣਾਉਣਾ ਹੈ, ਫਿਰ ਸੱਚਾ ਹੋਣਾ ਪਏਗਾ। ਝੂਠੇ ਤੇ ਸੱਚੇ ਦੀ ਯਾਰੀ ਨਹੀਂ ਹੋਇਆ ਕਰਦੀ। ਜਿਹੜੇ ਮਨੁੱਖਾਂ ਦੀ, ਦੋ ਮਨੁੱਖਾਂ ਦੀ ਆਪਸ ਵਿੱਚ ਦੋਸਤੀ ਹੈ, ਦੋਸਤੀ ਦਾ ਮਤਲਬ ਦੋਵਾਂ ਦੇ ਵਿਚਾਰ ਮਿਲਦੇ ਨੇ ਤਾਂ ਦੋਸਤੀ ਹੈ। ਜਿਸ ਦਿਨ ਵਿਚਾਰ ਨਹੀਂ ਮਿਲਣਗੇ, ਦੋਸਤੀ ਖਤਮ ਹੋ ਜਾਏਗੀ। ਪਰਮਾਤਮਾ ਦੇ ਨਾਲ ਮਨੁੱਖ ਦੀ ਸਾਂਝ ਪਏਗੀ ਜੇ ਪਰਮਾਤਮਾ ਵਰਗਾ ਹੋਏਗਾ, ਨਿਰਭਉ ਹੋਏਗਾ, ਨਿਰਵੈਰ ਹੋਏਗਾ। ਉਸ ਤੋਂ ਪਹਿਲਾਂ ਨਹੀਂ। ਉਸ ਤੋਂ ਪਹਿਲਾਂ ਪਰਮਾਤਮਾ ਦੇ ਨਾਲ ਇਹਦਾ ਜੋੜ ਨਹੀਂ ਜੁੜੇਗਾ। ਅੱਗੇ ਮਹਾਰਾਜ ਕਹਿੰਦੇ ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਵਿਚਰਤ ਹਰ ਮੇਲਾ। ਸਾਧ ਦੇ ਸੰਗ ਦੇ ਨਾਲ, ਸਤ ਸੰਗਤ ਵਿੱਚ ਆਉਣ ਦੇ ਨਾਲ, ਗੁਰਮੁਖਾਂ ਦੀ ਸੰਗਤ ਵਿੱਚ ਬਹਿਣ ਦੇ ਨਾਲ ਇਹ ਲੋਕ ਵੀ ਸੁਖੀ ਹੁੰਦਾ ਹੈ, ਪਰਲੋਕ ਵੀ ਸੁਖੀ ਹੁੰਦਾ। ਇਸ ਲੋਕ ਵਿੱਚ ਰਹਿ ਕੇ ਸਮਝ ਆਉਂਦੀ ਹੈ ਮੇਰੀ ਜ਼ਿੰਦਗੀ ਕੀ ਹੈ। ਅਜੇ ਸਾਧ ਸੰਗਤ ਆਪਣੀ ਮਨੁੱਖ ਆਪਣੀ ਜ਼ਿੰਦਗੀ ਨੂੰ ਸਿਰਫ ਇੰਨਾ, ਮੈਂ ਕਈ ਵਾਰੀ ਇੱਕ ਉਦਾਹਰਣ ਦਿੰਦਾ ਹੁੰਦਾ। ਇੱਕ ਵਾਰੀ ਦਰਿਆ ਦੇ ਵਿੱਚ ਹੜ੍ਹ ਆਇਆ, ਹੜ੍ਹ ਦੇ ਨਾਲ ਇੱਕ ਡੱਡੂ ਵੀ ਆ ਗਿਆ, ਮੇਂਢਕ, ਉਹ ਖੂਹ ਦੇ ਵਿੱਚ ਡਿੱਗ ਪਿਆ। ਖੂਹ ਦੇ ਵਿੱਚ ਪਹਿਲਾਂ ਇੱਕ ਦੂਜਾ ਮੇਂਢਕ ਸੀ, ਦੋਵਾਂ ਦੀ ਗੱਲਬਾਤ ਹੋਈ। ਖੂਹ ਵਾਲਾ ਮੇਂਢਕ ਦਰਿਆ ਵਾਲੇ ਨੂੰ ਪੁੱਛਦਾ ਹੈ ਦਰਿਆ ਕਿੱਡਾ ਕੁ ਵੱਡਾ ਹੈ? ਉਹਦਾ ਬਹੁਤ ਵੱਡਾ ਹੈ। ਉਹਨੇ ਮੇਂਢਕ ਨੇ ਇੱਕ ਛਾਲ ਮਾਰੀ, ਕਹਿੰਦਾ ਏਡਾ ਕੁ ਹੈ? ਕਹਿੰਦਾ ਨਹੀਂ ਭਾਈ, ਦਰਿਆ ਬਹੁਤ ਵੱਡੇ ਹੁੰਦੇ ਨੇ। ਉਹ ਖੂਹ ਵਾਲੇ ਡੱਡੂ ਨੇ ਦੂਜੀ ਛਾਲ ਮਾਰਦੀ, ਕਹਿੰਦਾ ਇੰਨਾ ਵੱਡਾ ਹੋਏਗਾ ਮੇਂਢਕ? ਕਹਿੰਦਾ ਨਹੀਂ ਭਾਈ, ਦਰਿਆ ਕੋਈ 2 ਕਦਮਾਂ ਦਾ ਰਾਹ, ਬੜਾ ਵੱਡਾ ਹੈ। ਉਹਨੇ ਮੇਂਢਕ ਨੇ ਤੀਜੀ ਛਾਲ ਮਾਰੀ, ਦੂਜੇ ਬੰਨੇ ਖੂਹ ਦੇ ਨਾਲ ਲੱਗ ਗਿਆ। ਕਹਿੰਦਾ ਇਹ ਤੋਂ ਵੱਡਾ ਤੇ ਦੁਨੀਆ ਤੇ ਕੁਝ ਹੈ ਹੀ ਨਹੀਂ। ਇਹ ਮਨੁੱਖ ਦੀ ਸਵਾਲ ਹੈ। ਮਨੁੱਖ ਦੀਆਂ 3 ਛਾਲਾਂ ਨੇ ਜ਼ਿੰਦਗੀ ਵਿੱਚ। ਪਹਿਲੀ ਛਾਲ ਇਹ ਹੈ ਪੜ੍ਹਾਈ ਕਰਨੀ,
दूजी साल नौकरी तो कोई बिजनेस खोलना, विआह हो जाना, तीजी छाल है बच्चे पालने ने, उन्होंने विआह कर देने, चौथी बस खत्म। 3 छालां ने बस, चौथी है ही नहीं। इस तो बाहर निकल के मनुख ने कदे सोचिया ही नहीं। ये सोचता जिंदगी बस यही है, खूह दे डड्डू वाला, कूप परयो जैसे दादरा, कछ देश विदेश ना बूझ, ऐसे मेरा मन बिखिया बिमोहिया, कछ आरा पार ना सूझ। हजे मनुख नूं इवें लगता बस इन्नी की है दुनिया, जिंदगी विच आए आ बस बच्चे पालने ने, पढ़ाई करानी है, तो बस ये नहीं है सिर्फ जिंदगी। ये जिंदगी का सिर्फ एक हिस्सा है, ये जिंदगी नहीं है। जिंदगी का मुख्य प्रयोजन ये नहीं है। जिंदगी का मुख्य प्रयोजन सिर्फ ते सिर्फ माया दे अर्थी जीवना नहीं है। जिंदगी का मुख्य प्रयोजन परमात्मा नूं प्राप्त करना है। ये जीवन का प्रयोजन सिर्फ ते सिर्फ माया इकट्ठी करना नहीं है, सिर्फ माया खा के सो जाना नहीं है, पदार्थ खा के। वो तो पशु भी करता है, पशु दे जिंदगी दी भी तो यही, पंछी भी जिंदगी यही है। फिर मनुखा जन्म वखरा किवें होया? फिर यदि सोझी का फायदा की होया? फिर ये तो चंगा तो परमात्मा सगों सोझी ना दिंदा, वो ठीक सी। घट्टो घट पशुओं को चिंता तो नहीं है। घट्टो घट पशु जेड़े ने माइग्रेन नाल ते नहीं ना मरदे, पशुओं को घट्टो घट चिंता तो नहीं ना हुंदी, पंछियों को घट्टो घट चिंता तो नहीं ना हुंदी, फिर तो वही ठीक सी। नहीं साथ संगत, मनुख का प्रयोजन जिंदगी का परमात्मा दे नाल जुड़ना है, जिहड़ा खुद प्रकाश है। पर मनुख नूं हजे ना आर दा पता है ना पार दा पता है, विच जी रहा बस। हजे ये समझ लो दरिया दे विच बैठा है, ना अगले कंढे का पता है ना पिछले का पता, कित्थों आए हैं ये भी नहीं पता, कित्थे जाना है ये भी नहीं पता। बस जिस दिन या तो मनुख नूं अगे पता लग जाए, मैं कई बार सोचता है, या तो मनुख नूं अगे पता लग जाए या पिछे पता लग जाए। जिस दिन एक भी चीज़ पता लग गई, या अग्गा विक गया या पिछा विक गया, मनुख सब कुछ छड्ड के बंदगी वाली हो जाएगा। छड्ड के मतलब ये नहीं घर परिवार छड्ड के, ऐसा नहीं है। अपने मन के अंदरों विकारां नूं उस दिन ही त्याग देगा। क्यों? या तेनों पिछे पता लगे कित्थों आया। गुरबाणी दोवें चीज़ां दसदी है। मनुख असल च कहंदा कित्थों आए हैं, गुरबाणी ये भी दसदी है तू कित्थों आए है, तू जाना कित्थे ये भी दसदी है। और ये भी दसदी है जे जिंदगी में तू बंदगी ना की फिर कित्थे जाएगा, जे बंदगी कर ली फिर कित्थे जाएगा, सारियां चीज़ां दसदी गुरबाणी। महाराज कहते आया कित्थों है, कई जन्म पए कीट पतंगा, कई जन्म गज मीन करंगा, कई जन्म पंखी सर्प होयो, कई जन्म हैवर वृख जोयो। कई जन्म महाराज के कीड़िया पतंगा की जोन विच, आ शरीर नहीं, असीं इस शरीर नूं सब कुछ समझ नहीं, ये अंदर जिहड़ा बोल रहा उहदी गल जीव आत्मा। मनुख जिन्नियां जूनियां चों निकल के आया उन्नियां जूनियां दे संस्कार इहदे नाल ने। कई वारी वेखना चंगे भले मनुख पशुआं वालियां हरकतां करदे ने। हरकतां कित्थों सिੱਖੀਆਂ? सिੱਖੀਆਂ नहीं हन, इहदे नाल ही ने। किसी नूं माड़ा बोलना, किसी दा धन सुट लुट लैना, किसी दे नाल झूठ बोलना, चुगली, ये कित्थों आया इहदे अंदर? ये आया नहीं है, इहदे नाल ही है, क्योंकि उन्हां चीज़ां चों निकल के आया है। उत्थों निकल के आया है, अगे जाण दा उपराला नहीं कर रहा। हजे हुण मनुख स्पेशल सिर्फ इन्हां कम्मां 'च ही लग गया है। एवें समझ लेना जिंदगी दे विच मनुख किसी प्राप्ति चों आया है और कोई प्राप्ति इन्हें प्राप्त करनी है। हुण महाराज कहंदे ने साध के संग इहां, महाराज बाणी कहते पहला ये सुहेला, ये लोग सुखी है। पहला तो मनुख नूं ये समझ आएगी ये जिंदगी विच जिउणा किवें है। जिथे असीं रह रहे हैं इत्थे जिंदगी दे सारा बंदोबस्त कौन कर रहा, पहला तो ये पता लगेगा। पहला तो ये पता लगेगा मेरी जिंदगी दे विच इत्थे जो कुछ भी हो रहा कौन कर रहा है। जे इनू ये पता लग गया फिर इनू परमेश्वर की समझ आ जाएगी, परमेश्वर है, हर एक चीज़ के पिछे परमेश्वर है। फिर आ लोग सुखी हो जाएगा। फिर मनुख चिंता करनी बंद कर देगा क्योंकि सुखी हो गया।
जिस दिन चिंता करनी बंद करेगा सुख उस दिन है। और चिंता बंद क्यों नहीं कर रहा, ये पीछे कारण है। इनू इवें लगता है मैं कुछ हाँ, मैं कुछ करना है, बस ये गल है। अजे मनुख अपने आप दे विच करता है तां ये चिंता नहीं बंद करता। महाराज के साध के संग इहा उहा सुहेला, साध संग विछुरत हर मेला। विछड़े होए नू परमात्मा दे नाल मिला दिता, विछुरत हर मेला। सत संगत दे विच आउण नाल मनुख विछड़िया होया सी बड़े जन्मां तो परमात्मा दे नाल। ये शरीर नहीं विछड़िया, शरीर तो इत्थे ही सड़ जाना है। इत्थे कई बारी मिल चुकिया ऐसा शरीर, ये कोई पहली बार नहीं मिलया, कई बारी। महाराज के बाणी च कहंदे पूर्व जन्म हम तुमरे सेवक, अब तो मेटिया ना जाई। अज दा मैं तेरा सेवक नहीं हाँ, कई जन्मां तो हाँ, कई जन्मां तो मैं तेरी सेवा करदा आ रहा परमात्मा। हुण इत्थे वो कहंदे ने विछड़े होए नूं, जिन्हों भगत रविदास जी भी अपनी बाणी दे विच कहंदे ने, ये परमात्मा बड़े जन्मां तो तेरे तो विछड़ा होया, ये जन्म तेरे लेखे लाउण दियां। हुण इस करके साध संगत जिहड़ा शरीर दे पालन पोषण वास्ते जो भी समाज विच करना है वो एक साधन है। सिर्फ शरीर नूं पालन वास्ते मनुख नूं अन्न कमाउणा पैंदा है, परमात्मा ही कमाउंदा है, साधन कोई बन जांदा। अन्न कमाउणा है, घर बनाउणा है, शरीर नूं वास्ते वस्त्र चाहिए ने, ये जरूरतां ने शरीर दियां, मन दियां नहीं। ये मन दियां जरूरतां नहीं हैं, शरीर दियां जरूरतां ने। शरीर दी जरूरत बाहरी तौर ते पानी है, मन दी जरूरत गुरबाणी है। मन की जरूरत पानी नहीं है। शरीर नूं पानी ना पियावांगे मर जाएगा, मन नूं गुरबाणी ना सुनावांगे मर जाएगा। इनू किते परमात्मा का नाम नहीं सुनावांगे ये खत्म हो जाएगा। हर बिसरत तेरे गुण गलिया, मन के गुण खत्म होने शुरू हो जाएंगे। पंकज मोह पग नहीं चल है, बाणी कहते तित सरवरड़ भईले निवासा। पानी पावक, वो ऐसे सरोवर दे विच मनुख दा वास है जिहदे विच पानी की है, अग है, किहड़ी तृष्णा दी। पानी पावक तिन है किया, उन्हें बनाया है। ये संसार क्या है, भवसागर कैसा है, जिहदे विच पानी है, अगन, अगन का मतलब तृष्णा दी अग। तृष्णा इत्थे पानी है। पंक जो मोह पग नहीं चल है, हम देखा तह डूबी। मन एक न चेतस मूढ़ मना, हर बिसरत तेरे गुण गलिया। हे मेरे मना, तू परमात्मा नूं चेते नहीं करदा, उन्होंने चेते ना करन करके तेरे अंदर दा सच्चाई खत्म हो रही है। रोज रोज मनुख या तो तबाही वाल नूं जा रहे हैं, या मनुख सच्चे पातशाह दे वाल नूं जा रहे हैं, परमात्मा वाल नूं जा रहे हैं। जे परमात्मा नूं रोज रोज परमात्मा विछड़ रहे हैं, जे मनुख नूं रोज रोज परमात्मा विछड़ रहे हैं, फिर ये तबाही वाल नूं जा रहे हैं। इन्हूं दोबारा फिर कई जन्म गेड़े खाने पैणगे इत्थे। जिस नूं परमात्मा चेते है वो फिर परमात्मा वाल नूं जा रहे हैं, सुख वाल नूं जा रहे हैं, आनंद वाल नूं जा रहे हैं। पर बाणी कहंदी इत्थे मोह रूपी चिकड़ है, पंकज मोह पग नहीं चल है। मोह के कारण ही मनुख नूं लोभ है, मोह के कारण ही हंकार है, मोह के कारण ही क्रोध है। मूल औगण मोह है, बाकी सारियां दियां छावां ने। एक प्रबोध चंद्र नाटक है, ਉਹਦੇ ਵਿੱਚ मोह ਜਿਹੜਾ है वह राजा है, बाकी सारे ਉਹਦੇ ਅਹਿਲਕਾਰ ने। इस करके ये कहते ने साध संग विचरत हर मेला। सत संगत विच आके मनुख नूं सोझी लगती है जिंदगी दे विच करना की है। गुरु की बाणी सुनन दे कारण मनुख नूं पता लगता है असल जिंदगी की है। क्योंकि साध संगत गुरु का मतलब की है। अपनी जिंदगी में जे मनुख सोचे मैनूं गुरु की लोड़ की है, फिर मनुख सोचेगा मैनूं गुरु की लोड़ इसलिए है पदार्थ चाहिए ने। नहीं, गुरु की लोड़ इसलिए है मनुख नूं परमार्थ चाहिए। पदार्थ तो मिलणगे, जन्म मिलिया पदार्थ नाल, जिन्नी प्रालब्ध पिछे कमाई है वह मिलनी है। जो प्रालब्ध मनुख की है वो अनुसार उन्होंने जो मिलना वो मिलना ही मिलना है। ये मनुख ने कमाना नहीं है, जो मिलना ही मिलना है।
ਗੁਰੂ ਦੀ ਲੋੜ ਇਸ ਲਈ ਹੈ, ਇਹਨੂੰ ਪਰਮਾਰਥ ਚਾਹੀਦਾ ਹੈ, ਜ਼ਿੰਦਗੀ ਦਾ ਰਾਹ ਚਾਹੀਦਾ ਹੈ, ਜ਼ਿੰਦਗੀ ਸੱਚਾਈ ਚਾਹੀਦੀ, ਜ਼ਿੰਦਗੀ ਕਰਨਾ ਕੀ ਹੈ ਇਹੀ ਤੇ ਗੁਰੂ ਦੱਸਦਾ ਹੈ। ਕਿੰਨਾ ਪਦਾਰਥ ਕਮਾਉਣਾ ਹੈ, ਕੀ ਨਹੀਂ ਕਮਾਉਣਾ, ਕਿੰਨਾ ਕਮਾਉਣਾ ਇਹ ਤੇ ਦੱਸਦਾ ਹੈ। ਪਰ ਮਨੁੱਖ ਗੁਰੂ ਦੇ ਕੋਲ ਪਰਮਾਰਥ ਲਈ ਨਹੀਂ ਆਉਂਦਾ। ਪਰਮੇਸ਼ਰ ਤੋਂ ਮਨੁੱਖ ਪਰਮਾਰਥ ਨਹੀਂ ਮੰਗਦਾ, ਪਦਾਰਥ ਮੰਗਦਾ ਹੈ। ਔਰ ਪਰਮਾਰਥ ਕਿਉਂ ਨਹੀਂ ਮੰਗਦਾ? ਉਹ ਕਹਿੰਦਾ ਉਹ ਤੇ ਮੈਨੂੰ ਸਮਝ ਹੈ, ਮੇਰੀ ਜ਼ਿੰਦਗੀ ਦੀ ਮੈਨੂੰ ਸੋਝੀ ਹੈ, ਜ਼ਿੰਦਗੀ 'ਚ ਮੈਂ ਕੀ ਕਰਨਾ ਹੈ ਮੈਨੂੰ ਪਤਾ ਹੈ। ਪਰ ਸਾਧ ਸੰਗਤ ਇਹਨੂੰ ਪਤਾ ਨਹੀਂ ਹੈ। ਇਹ ਭੇਡ ਚਾਲ ਦੇ ਅਨੁਸਾਰ ਚੱਲਦਾ, ਜਿੱਧਰ ਦੁਨੀਆ ਚੱਲਦੀ ਹੈ ਉਧਰ ਨੂੰ ਮਨੁੱਖ ਚੱਲਦਾ ਹੈ। ਦੁਨੀਆ ਜੇ ਪਰਮਾਤਮਾ ਵਾਲੇ ਬੰਨੇ ਤਰ ਪਏਗੀ ਉਧਰ ਚੱਲ ਪਏਗਾ।